ਤੈਨੂੰ ਇਸ ਗੱਲ ਦੀ ਅਜੇ ਸਮਝ ਨਹੀਂ, ਜਦੋਂ ਵੱਡਾ ਹੋਏਗਾ ਤੇ ਸਮਝ ਜਾਏਗਾ। ਤੇ ਮੈਂ ਦਹਾਂ ਕਿ ਵੱਡਿਆਂ ਹੋ ਕੇ ਜਦੋਂ ਸਮਝਣਾ, ਬੰਦਾ ਜਾਣ ਬੁੱਝ ਕੇ ਵੀ ਇਹ ਲਫ਼ਜ਼ ਕਹਿ ਦਿੰਦਾ ਸੀ ਕਿ ਮੈਨੂੰ ਜਨਾਬ ਤੁਸੀਂ 10 ਰੁਪਏ ਘੱਟ ਦਿੱਤੇ ਨੇ ਪਿਛਲੇ ਹਫ਼ਤੇ, ਤੇ ਉਹਦੇ ਕੋਲ ਤਕਾਜ਼ਾ ਨਹੀਂ ਸਨ ਕਰਦੇ ਇਸ ਚੀਜ਼ ਦਾ ਕਿ ਮੈਨੂੰ ਯਾਦ ਕਰਾਓ ਕਿ ਮੈਂ ਕਿਸ ਤਰ੍ਹਾਂ ਤੁਹਾਡੇ 10 ਰੁਪਏ ਰੱਖ ਦਿੱਤੇ। ਖੁਦ ਕਾਰਖਾਨੇਦਾਰ ਬਣੇ। ਜਦੋਂ ਖੁਦ ਕਾਰਖਾਨੇਦਾਰ ਬਣੇ ਤੇ ਉਹਨਾਂ ਨੇ ਚੰਦ ਇੱਕ ਅਸੂਲਾਂ ਦੇ ਉੱਤੇ, ਇਹ ਜਿਸ ਸ਼ਖਸ ਦਾ ਜਨਾਜ਼ਾ ਜਾ ਰਿਹਾ ਅੱਜ ਮੁਹੱਲਾ ਜਿਹੜਾ ਨਾ ਯਤੀਮ ਹੋ ਗਿਆ। ਬਿਸਮਿल्लाहिर्रहमानिर्रहीम। दोस्तों अस्सलाम वालेकुम। अल्लाह ताला तुहानू सारिਆਂ ਨੂੰ ਸਿਹਤ ਤੇ ਤੰਦਰੁਸਤੀ ਵਾਲੀ ਲੰਬੀ ਜ਼ਿੰਦਗੀ ਦੇਵੇ, ਆਮੀਨ। ਦੋਸਤੋ ਗਲੀ ਦੇ ਵਿੱਚ ਮੌਸਮ ਠੰਡਾ ਮੌਸਮ ਹੈ, ਔਰ ਜਿਸ ਤਰ੍ਹਾਂ ਇਹ ਧੁੱਪੇ ਆਉਂਦੇ ਆ ਤੇ ਗਰਮੀ ਮਹਿਸੂਸ ਹੁੰਦੀ ਹੈ। ਚੈਨਲ ਤੇ ਨਵੇਂ ਆ ਰਹੇ ਦੋਸਤਾਂ ਅੱਗੇ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਔਰ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਕਿ ਸਾਡੀ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਦੋਸਤੋ ਰੋਜ਼ਾਨਾ ਦੀ ਤਰ੍ਹਾਂ ਅੱਜ ਫਿਰ ਇੱਕ ਦਫਾ ਤੁਹਾਡੇ ਨਾਲ ਗੁਫ਼ਤਗੂ ਕਰਨ ਦਾ ਸ਼ਰਫ ਹਾਸਲ ਹੋਇਆ ਤੇ ਚੱਲਦੇ ਆ ਬਾਹਰ ਦੀ ਤਰਫ। ਦੋਸਤੋ ਜਿਸ ਤਰ੍ਹਾਂ ਧੁੱਪ ਦੀ ਤਰਫ ਆਏ ਆ, ਧੁੱਪ ਜਿੱਥੇ ਲੱਗੀ ਹੈ ਉੱਥੇ ਪਤਾ ਚੱਲਿਆ ਕਿ ਗਰਮੀ ਸ਼ੁਰੂ ਹੋ ਗਈ ਹੈ। ਗਲੀਆਂ ਦੇ ਵਿੱਚ ਪਿੱਛੇ ਜਦੋਂ ਗਲੀਆਂ ਆਈ ਸੀ ਉੱਥੇ ਮਹਿਸੂਸ ਨਹੀਂ, ਉੱਥੇ ਇਹ ਲੱਗ ਰਿਹਾ ਸੀ ਕਿ ਮੌਸਮ ਜਿਹੜਾ ਨਾ ਅਜੇ ਵੀ ਠੰਡਾ ਔਰ ਖੂਬਸੂਰਤ ਹੈ। ਲੇਕਿਨ ਧੁੱਪ ਨੇ ਦੱਸਿਆ ਕਿ ਨਹੀਂ ਗਰਮੀ ਸ਼ੁਰੂ ਹੋ ਗਈ ਹੈ। ਤੇ ਦੇਖੋ ਜੀ ਗੰਦਮ ਦੀ ਫਸਲ ਬਿਲਕੁਲ ਪੱਕ ਚੁੱਕੀ। ਦੇਖੋ ਜੀ ਪਾਣੀ ਜਿਹੜਾ ਖੇਤਾਂ ਨੂੰ ਕਿਸ ਤਰ੍ਹਾਂ ਲਾਇਆ ਜਾਂਦਾ ਹੈ, ਔਰ ਨਾਲ ਗੋਭੀ। ਦੋਸਤੋ ਪਤਾ ਚੱਲ ਰਿਹਾ ਕਿ ਧੁੱਪ ਲੱਗ ਗਈ ਹੈ ਔਰ ਗਰਮੀ ਦਾ ਮੌਸਮ ਸ਼ੁਰੂ ਹੋ ਗਿਆ। ਇਸ ਵਕਤ ਜਿਹੜਾ ਨਾ ਮਹਿਸੂਸ ਹੋਇਆ ਕਿ ਸਾਏ ਦੇ ਵਿੱਚ ਜਾ ਕੇ ਬੈਠਣਾ ਚਾਹੀਦਾ। ਧੁੱਪ ਬੜੀ ਜ਼ਿਆਦਾ ਚਮਕ ਰਹੀ ਹੈ, ਸੂਰਜ ਆਪਣੀ ਆਬੋ ਤਾਬ ਦੇ ਨਾਲ ਚਮਕ ਰਿਹਾ ਔਰ ਗਰਮੀ ਬਰਸਾ ਰਿਹਾ। ਸਾਡੇ ਰਸਤੇ ਦੇ ਵਿੱਚ ਕਬਰਸਤਾਨ ਵੀ ਪੈਂਦਾ। अस्सलाम वालेकुम या अहलल कबूर। ਦੋਸਤੋ ਅੱਜ ਫੇਰ ਇੱਕ ਦਫਾ ਤੁਹਾਡੇ ਨਾਲ ਗੁਫ਼ਤਗੂ ਕਰਨ ਲੱਗੇ ਆ ਉਸੇ ਮੌਜੂ ਤੇ ਜਿਹੜਾ ਪਿਛਲੀ ਵੀਡੀਓ ਦੇ ਵਿੱਚ ਮੈਂ ਆਪਣੇ ਵਾਲਿਦ ਸਾਹਿਬ ਦੇ ਬਾਰੇ 'ਚ ਤੁਹਾਡੇ ਨਾਲ ਗੱਲ ਕੀਤੀ ਔਰ ਉਹਨਾਂ ਦੀ ਹਿਸਟਰੀ ਬਿਆਨ ਕੀਤੀ, ਤੁਹਾਡੇ ਨਾਲ ਸ਼ੇਅਰ ਕੀਤੀ। ਦੋਸਤੋ ਜਿਸ ਜਗ੍ਹਾ ਖੜੇ ਹੋ ਕੇ ਮੈਂ ਤੁਹਾਡੇ ਨਾਲ ਗੁਫ਼ਤਗੂ ਕਰਨ ਲੱਗਾ ਹਾਂ ਉੱਥੇ ਬੜਾ ਜ਼ਬਰਦਸਤ ਮੱਛਰ ਸਾਜੇ ਔਰ ਮੇਰੇ ਹੱਥਾਂ ਦੇ ਉੱਤੇ ਮੱਛਰ ਨੇ ਇੰਨਾ ਲੜਿਆ ਇੱਕਦਮ 1-2-4 ਸੈਕਿੰਡ ਦੇ ਵਿੱਚ ਹੀ ਕਿ ਮੈਨੂੰ ਉਸ ਜਗ੍ਹਾ ਤੋਂ ਰੁਖਸਤ ਹੋਣਾ ਪਿਆ। ਤੁਹਾਡੇ ਨਾਲ ਗੁਫ਼ਤਗੂ ਅੱਗੇ ਜਾ ਕਰਨੇ ਆ ਜਿੱਥੇ ਕੋਈ ਸਾਫ਼ ਜਗ੍ਹਾ ਮਿਲੀ, ਜਿੱਥੇ ਇਸ ਤਰ੍ਹਾਂ ਦੇ ਕੋਈ ਹਸ਼ਰਾਤ ਨਾ ਹੋਏ, ਕਿਉਂਕਿ ਮੇਰਾ ਜਿਹੜਾ ਨਾ ਖੂਨ ਉਹ ਬੜਾ ਮਿੱਠਾ ਤੇ ਮੈਨੂੰ ਮੱਛਰ ਬੜਾ ਜ਼ਿਆਦਾ ਲੜਦਾ ਹੈ ਔਰ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦਾ, ਜਿਹਦੀ ਵਜ੍ਹਾ ਤੋਂ ਮੈਂ ਉਸ ਜਗ੍ਹਾ ਤੋਂ ਚਲਾ ਆਇਆ ਹਾਂ। ਬੜਾ ਖੂਬਸੂਰਤ ਵਿਊ ਨਜ਼ਰ ਆ ਰਿਹਾ ਬੈਕ ਤੇ, ਨੀਲਾ ਅਸਮਾਨ। ਹਾਂਜੀ ਦੋਸਤੋ ਮੈਂ ਆਪਣੇ ਵਾਲਿਦ ਸਾਹਿਬ ਦੀ ਥੋੜ੍ਹੀ ਜਿਹੀ ਹਿਸਟਰੀ ਬਿਆਨ ਕੀਤੀ ਤੁਹਾਡੇ ਨਾਲ ਔਰ ਪਿਛਲੀ ਵੀਡੀਓ ਦੇ ਵਿੱਚ, ਤੇ ਅੱਜ ਵੀ ਥੋੜ੍ਹੀ ਜਿਹੀ ਕੋਸ਼ਿਸ਼ ਕਰਨਾ ਵਾ ਕਿ ਜਿੰਨੀ ਕੋਈ ਯਾਦ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਾਂ, ਕਿਉਂਕਿ ਉਹਨਾਂ ਦੀ ਹਿਸਟਰੀ ਜਿਹੜੀ ਹੈ ਉਹ ਸਾਡੇ ਵਾਸਤੇ ਮਸ਼ਅਲ ਰਾਹ ਵੇ ਔਰ ਹਰ ਵਕਤ ਸਾਨੂੰ ਦੁਨੀਆਦਾਰੀ ਦੇ ਲਿਹਾਜ਼ ਦੇ ਨਾਲ ਰਹਿਨਮਾਈ ਫਰਾਹਮ ਕਰਦੀ ਹੈ। ਹਿਸਟਰੀ ਜਦੋਂ ਵੀ ਯਾਦ ਆਉਂਦੀ ਹੈ, ਜਿਹੜੇ ਲਫ਼ਾਜ਼ ਸਾਡੇ ਨਾਲ ਉਹਨਾਂ ਸ਼ੇਅਰ ਕੀਤੇ ਸਾਨੂੰ ਸਮਝਾਉਣ ਵਾਸਤੇ, ਸਾਨੂੰ ਦੱਸਣ ਵਾਸਤੇ, ਉਹ ਅਲਫਾਜ਼ ਤੁਹਾਡੇ ਨਾਲ ਵੀ ਥੋੜ੍ਹੇ ਜਿਹੇ ਸ਼ੇਅਰ ਕਰ ਲੈਂਦੇ ਹਾਂ। ਅਤੇ ਮੈਂ ਦੱਸਿਆ ਕਿ ਉਹਨਾਂ ਨੇ ਕੰਮ ਕਿਵੇਂ ਸਿੱਖਿਆ ਔਰ ਫਿਰ ਕੰਮ ਕੀਤਾ ਵੀ ਕਿਸੇ ਦੇ ਕਾਰਖਾਨੇ 'ਚ ਵੀ ਕੀਤਾ, ਉਸ ਤੋਂ ਬਾਅਦ ਫਿਰ ਖੁਦ ਕਾਰਖਾਨੇਦਾਰ ਬਣੇ। ਜਦੋਂ ਖੁਦ ਕਾਰਖਾਨੇਦਾਰ ਬਣੇ ਤੇ ਉਹਨਾਂ ਨੇ ਚੰਦ ਇੱਕ ਅਸੂਲਾਂ ਦੇ ਉੱਤੇ ਬੜਾ ਅਮਲ ਕੀਤਾ। ਉਹ ਅਸੂਲ ਕੀ ਸਨ ਕਿ ਉਹ ਕਿਸੇ ਦਾ ਪੈਸਾ ਨਹੀਂ ਸਨ ਰੱਖਦੇ, ਕਿਸੇ ਦੀ ਮਜ਼ਦੂਰੀ ਨਹੀਂ ਸਨ ਰੱਖਦੇ। ਅਗਰ ਕੋਈ ਬੰਦਾ ਜਾਣ ਬੁੱਝ ਕੇ ਵੀ ਇਹ ਲਫ਼ਜ਼ ਕਹਿ ਦਿੰਦਾ ਸੀ ਕਿ ਮੈਨੂੰ ਜਨਾਬ ਤੁਸੀਂ 10 ਰੁਪਏ ਘੱਟ ਦਿੱਤੇ ਨੇ ਪਿਛਲੇ ਹਫ਼ਤੇ,
ਤੇ ਉਹਦੇ ਕੋਲ ਤਕਾਜ਼ਾ ਨਹੀਂ ਸਨ ਕਰਦੇ ਇਸ ਚੀਜ਼ ਦਾ ਕਿ ਮੈਨੂੰ ਯਾਦ ਕਰਾਓ ਕਿ ਮੈਂ ਕਿਸ ਤਰ੍ਹਾਂ ਤੁਹਾਡੇ 10 ਰੁਪਏ ਰੱਖ ਦਿੱਤੇ। ਔਰ ਉਹ ਉਸੇ ਵਕਤ ਫੌਰਨ ਉਹਨੂੰ 10 ਰੁਪਏ ਦੇ ਦਿੰਦੇ ਹਨ। ਔਰ ਇਹ ਵੀ ਨਾਲ ਕੋਸ਼ਿਸ਼ ਕਰਦੇ ਹਨ ਕਿ ਜਿਸ ਦਿਨ ਉਹ ਹਿਸਾਬ ਕਰਦੇ ਹਨ ਕਾਰੀਗਰਾਂ ਦਾ, ਤੇ ਕੋਸ਼ਿਸ਼ ਕਰਦੇ ਹਨ ਕਿ ਜਿਹੜੇ ਅੱਛੇ ਨੋਟ ਨੇ, ਸਾਫ ਸੁਥਰੇ ਨੇ, ਪਾਟੇ ਨਹੀਂ ਹਨ, ਟੇਪ ਨਹੀਂ ਲੱਗੀ, ਉਹ ਉਹਨਾਂ ਨੂੰ ਦਿੰਦੇ ਸਨ। ਔਰ ਜਿਹੜੇ ਟੇਪ ਲੱਗੇ ਜਾਂ ਫਟੇ ਪੁਰਾਣੇ ਹੁੰਦੇ ਸਨ ਜਾਂ ਕਮਜ਼ੋਰ ਹੁੰਦੇ ਹਨ, ਉਹ ਆਪਣੇ ਮਜ਼ਦੂਰਾਂ ਨੂੰ, ਆਪਣੇ ਕਾਰਖਾਨੇ ਦੇ ਵਿੱਚ ਕੰਮ ਕਰਨ ਵਾਲੇ ਜਿਹੜੀ ਲੇਬਰ ਸੀ, ਉਹਨਾਂ ਨੂੰ ਉਹ ਨੋਟ ਨਹੀਂ ਸਨ ਦਿੰਦੇ। ਤੇ ਮੈਂ ਕਿਸੇ ਵਕਤ ਉਹਨਾਂ ਨਾਲ ਇਹ ਸਵਾਲ ਕਰਦਾ ਹਾਂ ਕਿ ਬਾਈ ਇਹ ਨੋਟ ਤੁਸੀਂ ਆਪਣੇ ਕੋਲ ਰੱਖ ਲਏ ਨੇ ਤੇ ਤੁਹਾਨੂੰ ਕੀ ਫਾਇਦਾ? ਤੇ ਉਹ ਕਹਿੰਦੇ ਹਨ ਤੈਨੂੰ ਇਸ ਗੱਲ ਦੀ ਅਜੇ ਸਮਝ ਨਹੀਂ, ਜਦੋਂ ਵੱਡਾ ਹੋਏਗਾ ਤੇ ਸਮਝ ਜਾਏਗਾ। ਤੇ ਮੈਂ ਆਂਦਾ ਹਾਂ ਕਿ ਵੱਡਿਆਂ ਹੋ ਕੇ ਜਦੋਂ ਸਮਝਣਾ ਤੇ ਤੁਸੀਂ ਹੁਣ ਮੈਨੂੰ ਸਮਝਾ ਦਿਓ, ਹੁਣ ਦੱਸ ਦਿਓ ਕਿ ਇਹ ਤੁਹਾਡੀ ਨੀਅਤ ਕੀ ਹੈ, ਕੀ ਤਰੀਕਾਕਾਰ ਹੈ। ਤੇ ਉਹ ਆਂਦੇ ਸਨ ਕਿ ਯਾਰ ਗੱਲ ਸੁਣ, ਇਹ ਥੋੜ੍ਹੇ ਜਿਹੇ ਪੈਸੇ ਇਹਨਾਂ ਕੋਲ ਬਣਦੇ ਨੇ ਹਰ ਹਫ਼ਤੇ, ਅਗਰ ਇਹਨਾਂ ਨੂੰ ਮੈਂ ਫਟੇ ਪੁਰਾਣੇ ਨੋਟ ਦੇ ਦਿਆਂਗਾ, ਟੇਪ ਲੱਗੇ ਨੋਟ ਦੇ ਦਿਆਂਗਾ, ਤੇ ਇਹਨਾਂ ਨੂੰ ਸੌਦਾ ਖਰੀਦਣ ਲੱਗਿਆ ਜ਼ਰਾ ਪਰੇਸ਼ਾਨੀ ਹੋਏਗੀ। ਤੇ ਜਦੋਂ ਇਹਨਾਂ ਨੂੰ ਸਾਫ ਸੁਥਰੇ ਨੋਟ ਦਿਆਂਗਾ ਤੇ ਇਹਨਾਂ ਨੂੰ ਦੁਕਾਨਦਾਰ ਸੌਦਾ ਆਸਾਨੀ ਨਾਲ ਦੇ ਦੇਗਾ ਤੇ ਕੋਈ ਸਵਾਲ ਨਹੀਂ ਕਰੇਗਾ। ਦੋਸਤੋ ਇਹ ਵੀ ਇੱਕ ਅੱਛੀ ਗੱਲ ਸੀ ਸਾਡੇ ਵਾਲਦ ਸਾਹਿਬ ਦੀ ਕਿ ਉਹ ਇੰਨਾ ਖਿਆਲ ਰੱਖਦੇ ਹਨ ਆਪਣੀ ਲੇਬਰ ਦਾ, ਆਪਣੇ ਕੋਲ ਕੰਮ ਕਰਨ ਵਾਲਿਆਂ ਦਾ, ਕਿ ਉਹਨਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋਵੇ। ਇਸੇ ਤਰ੍ਹਾਂ ਹੋਰ ਕਈ ਐਸੀਆਂ ਗੱਲਾਂ ਨੇ ਕਿ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਰਹਾਂਗਾ ਗਾਹੇ ਬਗਾਹੇ ਕਿਸੇ ਨਾ ਕਿਸੇ ਵੀਡੀਓ ਦੇ ਵਿੱਚ। ਔਰ ਸਾਰੀ ਜ਼ਿੰਦਗੀ ਉਹਨਾਂ ਇੰਨੇ ਅੱਛੇ ਕੰਮ ਕੀਤੇ ਨੇ, ਇੰਨੇ ਅੱਛੇ ਕੰਮ ਕੀਤੇ ਨੇ ਕਿ ਜਦੋਂ ਦੁਨੀਆ ਤੋਂ ਗਏ, ਜਿਸ ਦਿਨ ਜਨਾਜ਼ਾ ਸੀ, ਤਾਂ ਮੈਨੂੰ ਇੱਕ ਬੰਦੇ ਨੇ, ਸਾਡੇ ਮਹਿਮਾਨ ਨੇ ਦੱਸਿਆ ਕਿ ਯਾਰ ਮੈਂ ਕਿਸੇ ਬੰਦੇ ਨੂੰ ਜਾਣਦਾ ਨਹੀਂ ਜਿਹੜੇ ਜਨਾਜ਼ੇ 'ਚ ਜਾ ਰਹੇ ਸਨ ਜਦੋਂ ਤੇਰੇ ਵਾਲਦ ਸਾਹਿਬ ਦੇ, ਲੇਕਿਨ ਇੱਕ ਬੰਦੇ ਦੇ ਮੂੰਹ ਇਹ ਗੱਲ ਮੈਂ ਜ਼ਰੂਰ ਸੁਣੀ ਹੈ। ਇਸ ਤੋਂ ਪਹਿਲੋਂ ਮੈਨੂੰ ਨਹੀਂ ਸੀ ਇਲਮ ਕਿ ਐਡੇ ਵੱਡੇ ਬੰਦੇ ਸਨ। ਉਹ ਗੱਲ ਕੀ ਸੀ? ਉਹ ਗੱਲ ਇਹ ਸੀ ਕਿ ਉਹ ਬੰਦਾ ਕਹਿ ਰਿਹਾ ਸੀ ਕਿ ਇਹ ਜਿਸ ਸ਼ਖਸ ਦਾ ਜਨਾਜ਼ਾ ਜਾ ਰਿਹਾ, ਅੱਜ ਮੁਹੱਲਾ ਜਿਹੜਾ ਨਾ ਯਤੀਮ ਹੋ ਗਿਆ। ਤੇ ਮੈਂ ਉਹਨੂੰ ਇਸਤਫਸਾਰ ਕੀਤਾ ਕਿ ਕਿਵੇਂ ਯਤੀਮ ਹੋ ਗਿਆ। ਤੇ ਉਹਨੇ ਫਿਰ ਦੱਸਿਆ ਕਿ ਇਹ ਮਹੱਲੇ ਦਾ ਬੜਾ ਖਿਆਲ ਰੱਖਦੇ ਸਨ ਔਰ ਮਹੱਲੇ ਦੇ ਹਰ ਬੰਦੇ ਦੇ ਨਾਲ ਇਹਨਾਂ ਨੇ ਅੱਛਾ ਤਲਕ ਬਣਾਇਆ ਸੀ। ਔਰ ख़ਾਸ ਤੌਰ 'ਤੇ ਮਸਜਿਦ ਦੀ ਬੜੀ ਖਿਦਮਤ ਕਰਦੇ ਹਨ। ਔਰ ਇੰਨੀ ਮਸਜਿਦ ਦੀ ਖਿਦਮਤ ਕਰਦੇ ਹਨ ਕਿ ਅਸੀਂ ਤੁਹਾਨੂੰ ਉਸ ਤਰ੍ਹਾਂ ਦੱਸ ਨਹੀਂ ਸਕਦੇ ਕਿ ਜਿਸ ਤਰੀਕੇ ਨਾਲ ਉਹ ਕਰਦੇ ਹਨ। ਦੋਸਤੋ ਅੱਜ ਲਈ ਇੰਨਾ ਹੀ। ਅਗਲੀ ਵੀਡੀਓ ਤੱਕ ਲਈ ਇਜਾਜ਼ਤ ਦਿਓ, ਤੇ ਅਗਲੀ ਵੀਡੀਓ ਦੇ ਵਿੱਚ ਕਿਸੇ ਦੇ ਵਿੱਚ ਮੈਂ ਦੱਸਾਂਗਾ ਕਿ ਉਹ ਮਸਜਿਦ ਦੀ ਕਿਸ ਤਰ੍ਹਾਂ ਖਿਦਮਤ ਕਰਦੇ ਹਨ, ਕਿਉਂਕਿ ਦੁਨੀਆ ਤੋਂ ਜਾਣ ਤੋਂ ਬਾਅਦ ਜਿਹੜੇ ਉਹਨਾਂ ਦੇ ਦੋਸਤ ਸਨ, ਉਹਨਾਂ ਨੇ ਚੰਦ ਇੱਕ ਨੇ ਮੈਨੂੰ ਉਹਨਾਂ ਦਾ ਤਰੀਕਾਕਾਰ ਦੱਸਿਆ ਸੀ। ਉਹ ਮੈਂ ਅਗਲੀ ਵੀਡੀਓ 'ਚ ਤੁਹਾਡੇ ਨਾਲ ਬਿਆਨ ਕਰਾਂਗਾ ਕਿ ਉਹ ਮਸਜਿਦ ਦੇ ਕਿੰਨੇ ਜਜ਼ਬੇ ਦੇ ਨਾਲ ਖਿਦਮਤ ਕਰਦੇ ਸਨ ਔਰ ਮਸਜਿਦ ਵਾਸਤੇ ਕਿੰਨਾ ਸ਼ੌਕ ਰੱਖਦੇ ਹਨ ਖਿਦਮਤ ਦਾ। ਜਿਉਂਦੇ ਰਹੋ, ਵਸਦੇ ਰਹੋ। ਅੱਲਾਹ ਤਾਲਾ ਸਾਡਾ ਤੁਹਾਡਾ ਹਾਮੀ ਨਾਸਰ ਹੋਵੇ। ਅੱਲਾ ਨਿਗਹਿਬਾਨ।